सत श्री अकाल। मैं प्रिंसिपल जतिंदर कौर रंधावा, सपुत्री सरदार कुंदन सिंह जी, श्रीमती जसवंत कौर जी, सिंह साहब जथेदार मोहन सिंह जी नागोके, जिन्हां नूं जथेदार श्री अकाल तख्त साहिब श्री अमृतसर ਅਤੇ ਨਾਲ ਹੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਦੋਹੇ ਸਤਿਕਾਰਤ ਪਦਵੀਆਂ ਤੇ ਸਿੱਖ ਪੰਥ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਰਬਸੰਮਤੀ ਨਾਲ ਇੱਕੋ ਹੀ ਸਮੇਂ ਨਾਲ ਹੀ ਸੇਵਾ ਕਰਨ ਦਾ ਮਹਾਨ ਕਾਰਜ ਸੌਂਪਿਆ ਗਿਆ। ਇਹ ਇੱਕ ਤਰ੍ਹਾਂ ਸੰਸਾਰਿਕ ਤੇ ਅਧਿਆਤਮਿਕ ਵਿਸ਼ਿਆਂ ਨੂੰ ਇੱਕੋ ਸਮੇਂ ਨਾਲ ਲੈ ਕੇ ਚੱਲਣ ਦੀ ਅਜੋਕੇ ਸਮੇਂ ਦੀ ਅੱਜ ਤੱਕ ਦੀ ਇਕੱਲੀ ਮਿਸਾਲ ਹੈ। ਮੈਂ ਉਹਨਾਂ ਦੀ ਦੋਹਤਰੀ ਹਾਂ। ਇਤਿਹਾਸਕਾਰਾਂ ਦੇ ਨਾਲ ਮੈਂ ਵੀ ਸਹਿਮਤ ਹਾਂ ਕਿ ਉਹ ਕੌਮਪ੍ਰਸਤ ਗੁਰਸਿੱਖ ਹੋਣ ਦੇ ਨਾਲ ਹੀ ਚੋਟੀ ਤੇ ਦੇਸ਼ ਭਗਤ ਵੀ ਸਨ। ਮੈਂ ਇਹ ਵੀ ਬੜੀ ਨਿਮਰਤਾ ਨਾਲ ਸਵੀਕਾਰਦੀ ਹਾਂ ਕਿ ਮੈਨੂੰ ਇਹ ਈ-ਬੁੱਕ ਲਿਖਦਿਆਂ ਪੜ੍ਹਦਿਆਂ 20ਵੀਂ ਸਦੀ ਦੇ ਆਰੰਭ ਦੇ ਗੁਰਸਿੱਖ ਮਹਾਂਪੁਰਸ਼ਾਂ ਦੀ ਜੀਵਨੀ ਤੇ ਯੋਗਦਾਨ ਨੂੰ ਬਰੀਕੀ ਨਾਲ ਪੜ੍ਹਨ ਤੇ ਵਿਚਾਰਨ ਦਾ ਮੌਕਾ ਮਿਲਿਆ। ਪਰ ਜਦੋਂ ਮੈਂ ਜਥੇਦਾਰ ਸਾਹਿਬ ਦੇ 1924 ਈਸਵੀ ਦੇ ਜੈਤੋ ਦੇ ਰਾਸ਼ਟਰ ਪੱਧਰ ਦੇ ਪਹਿਲੇ ਸ਼ਹੀਦੀ ਮੋਰਚੇ ਤੋਂ ਆਰੰਭ ਕਰਕੇ 1952 ਤੱਕ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਕੀਤੇ ਗਏ ਇਤਿਹਾਸਿਕ ਕੰਮਾਂ ਵੱਲ ਝਾਤ ਮਾਰਦੀ ਹਾਂ ਤਾਂ ਉਹ ਮੈਨੂੰ ਇੱਥੇ ਨਿਰਸੰਕੋਚ, ਵਿਲੱਖਣ ਤੇ ਸਿਰਮੌਰ ਸਥਾਨ ਤੇ ਨਜ਼ਰ ਆਏ। ਮੈਂ ਸਪੈਸ਼ਲ ਚੈਪਟਰ ਵਿੱਚ ਉਹਨਾਂ ਦੀ ਹੱਥ ਲਿਖਤ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ, ਜਿਨ੍ਹਾਂ ਨੂੰ ਕਾਲਾ ਪਾਣੀ ਵੀ ਆਖਿਆ ਜਾਂਦਾ ਰਿਹਾ ਹੈ, ਉਸ ਬਾਰੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭੇਜੀ ਗਈ ਰਿਪੋਰਟ ਦੇ ਵੇਰਵੇ ਇਹ ਬੁੱਕ ਥਰੂ ਮਾਈ ਆਈਜ਼ ਮਾਈ ਗ੍ਰੈਂਡਫਾਦਰ ਵਿੱਚ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ। ਇਹ ਸਾਲ 2020 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹਾ ਹੈ। ਇੱਕ ਸਦੀ ਉਸਦੇ 100 ਸਾਲ ਪੂਰੇ ਹੋ ਰਹੇ ਹਨ। ਜਥੇਦਾਰ ਨਾਗੋਕੇ ਜੀ ਜੂਨ 1926 ਈਸਵੀ ਤੋਂ ਇਸ ਦੇ ਦਫ਼ਤਰ ਦੇ ਪਹਿਲੇ ਪ੍ਰਬੰਧਕੀ ਅਹੁਦੇਦਾਰ, 1930 ਤੋਂ ਮੀਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, 1935 ਤੋਂ 1952 ਈਸਵੀ ਤੱਕ ਲਗਾਤਾਰ 17 ਸਾਲ ਅੱਜ ਤੱਕ ਦਾ ਸਭ ਤੋਂ ਲੰਮਾ ਸਮਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ 1944 ਤੋਂ 1948 ਈਸਵੀ ਤੱਕ 4 ਸਾਲ ਲਗਾਤਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਪਦਵੀਆਂ ਤੇ ਇੱਕੋ ਸਮੇਂ ਦੇ ਨਾਲ ਲਗਾਤਾਰ ਸੁਸ਼ੋਭਿਤ ਰਹੇ। ਇਸ ਦੇ ਨਾਲ ਹੀ ਆਪਣੀ ਇੱਛਾ ਨਾਲ ਇਹਨਾਂ ਪਦਵੀਆਂ ਤੋਂ ਬੇਦਾਗ ਫਾਰਗ ਰਿਟਾਇਰ ਵੀ ਹੋ ਜਾਣਾ। ਇਹ ਸਭ ਸਾਰੇ ਗੁਰੂ ਸਾਹਿਬਾਨ ਦੀ ਮਿਹਰ ਸਦਕਾ 100 ਸਾਲਾਂ ਦੇ SCPC ਦੇ ਇਤਿਹਾਸ ਵਿੱਚ ਆਪ ਜੀ ਦੇ ਹਿੱਸੇ ਹੀ ਆਇਆ ਹੈ। ਤਖਤ ਬਹੇ ਤਖਤੇ ਕੇ ਲਾਇਕ ਵਰਜੋਦਾ ਪਰਉਪਕਾਰੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਤੇ ਪੀਰੀ ਵਿੱਚ ਇੱਕ ਸੰਤੁਲਨ ਪੈਦਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅੰਮ੍ਰਿਤਸਰ ਪੰਜਾਬ ਵਿਖੇ ਸਥਾਪਿਤ ਕੀਤਾ। ਇਤੋਂ ਹੀ ਸਿੱਖਾਂ ਨੂੰ ਹੁਕਮਨਾਮੇ ਜਾਰੀ ਕਰਨ ਦੀ ਪਰੰਪਰਾ ਸ਼ੁਰੂ ਹੋਈ। ਇਹ ਸਭ ਸਿੱਖ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਸੀ, ਜਿਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਅਕਾਲੀ ਫੂਲਾ ਸਿੰਘ ਜੀ ਵਰਗੇ ਮਹਾਬਲੀ ਯੋਧੇ ਰਹੇ, ਜਿਸ ਦੀ ਸਰਵਉੱਚਤਾ ਅਤੇ ਪੰਥਕ ਫੈਸਲਿਆਂ ਨੂੰ ਸਾਰਾ ਸਿੱਖ ਪੰਥ ਮਿਸਰਾਂ ਦੇ ਸਰਦਾਰ ਰਾਜੇ ਮਹਾਰਾਜੇ ਵੀ ਮੰਨਦੇ ਸਨ। ਉਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਸਤਿਕਾਰਤ ਪਦਵੀ ਤੇ ਬਿਰਾਜਮਾਨ ਹੋ ਕੇ ਸੇਵਾ ਕਰਨ ਦਾ ਮਹਾਨ ਅਵਸਰ ਸਾਰੇ ਹੀ ਸਿੱਖ ਪੰਥ ਦੀ ਸਮੁੱਚੀ ਲੀਡਰਸ਼ਿਪ ਤੇ ਗੁਰਸਿੱਖ ਪਿਆਰਿਆਂ ਨੇ ਜਥੇਦਾਰ ਜੀ ਨੂੰ ਦਿੱਤਾ, ਕਿਉਂਕਿ ਉਹ ਪੂਰਨ ਗੁਰਸਿੱਖ ਰਹਿਤ ਮਰਿਆਦਾ ਤੇ ਨਿਮਰਤਾ ਦੇ ਧਾਰਨੀ ਹੋਣ ਕਰਕੇ ਅਤੇ ਬੇਬਾਕ, ਬੇਦਾਗ ਤੇ ਬੇਮਿਸਾਲ, ਧੜੱਲੇਦਾਰ ਪਰ ਸੰਜਮੀ, ਸੁਘੜ, ਸਿਆਣੇ ਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਮਹਾਂਪੁਰਸ਼ ਸਨ। ਉਹਨਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਕਾਇਮ ਰੱਖਦੇ ਹੋਏ ਆਪਣੀ 17 ਸਾਲ ਦੀ ਜਥੇਦਾਰ ਸਾਹਿਬ ਦੀ ਸੇਵਾ ਨਿਭਾਉਂਦਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਮ ਨੂੰ ਕਿਸੇ ਧੜੇਬੰਦੀ ਵਾਸਤੇ ਵਰਤਣ ਦੀ ਆਗਿਆ ਕਦੇ ਕਿਸੇ ਨੂੰ ਵੀ ਨਹੀਂ ਦਿੱਤੀ। ਇਸ ਤਰ੍ਹਾਂ ਇਸ ਦੀ ਪੁਰਾਤਨ ਸਮੇਂ ਦੀ ਮਾਣ ਅਤੇ ਮਰਿਆਦਾ ਨੂੰ ਸਦਾ ਕਾਇਮ ਰੱਖਿਆ। ਹਿੰਦੁਸਤਾਨ ਦੇ ਵੰਡ ਬਾਰੇ ਤੋਂ ਪਹਿਲਾਂ ਸੋਚੋ ਕਿੰਨਾ ਵੱਡਾ ਦੇਸ਼ ਸੀ, ਕਿੰਨੀ ਵੱਡੀ ਜ਼ਿੰਮੇਵਾਰੀ ਅਤੇ ਇਹ ਸਭ ਤੋਂ ਉੱਪਰ ਇਸ ਪਦਵੀ ਦੇ ਨਾਲ ਜੁੜਿਆ ਸਤਿਕਾਰ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਕਿੰਨੀ ਸਤਿਕਾਰਤ ਤੇ ਮਹਾਨ ਪਦਵੀ ਹੈ। ਇਸ ਦੇ ਨਾਲ ਜੁੜਿਆ ਮੈਂ ਇੱਕ ਵਾਕਿਆ ਆਪ ਸਭ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੀ ਹਾਂ। ਯੂਰਪੀਅਨ ਅੰਗਰੇਜ਼ ਇਸ ਪਦਵੀ ਬਾਰੇ ਕੀ ਸੋਚਦੇ ਸਨ। ਇੱਕ ਵਾਰੀ ਜਥੇਦਾਰ ਨਾਗੋਕੇ ਜੀ ਗੁਰਦੁਆਰਾ ਸਾਹਿਬ ਜੀ ਦੀ ਮਰਿਆਦਾ ਦੇ ਇਤਿਹਾਸਿਕ ਪਹਿਲੂ ਤੇ ਪੱਖ ਉੱਤੇ ਰੋਸ਼ਨੀ ਪਾਉਣ ਲਈ ਹਾਜ਼ਰ ਹੋਏ ਸਨ। ਮਾਨਯੋਗ ਵਕੀਲ ਵਣਜਾਰ ਸਾਹਿਬ ਨੂੰ ਇਹਨਾਂ ਬਾਰੇ ਜੋ ਜਾਣ ਪਛਾਣ ਕਰਾਈ ਗਈ,
वो इस प्रकार से ਇਹ ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ ਪੰਜਾਬ ਹਨ ਜੋ ਕਿ ਸਿੱਖਾਂ ਦੀ ਸਰਵ ਉੱਚ ਧਾਰਮਿਕ ਸੰਸਥਾ ਹੈ। ਇਹਨਾਂ ਦਾ ਰੁਤਬਾ ਤੁਹਾਡੇ ਅੰਗਰੇਜ਼ਾਂ ਦੇ ਵੈਟੀਕਨ ਸਿਟੀ ਰੋਮ ਵਿੱਚ ਰਹਿੰਦੇ ਧਾਰਮਿਕ ਮੁਖੀ ਪੋਪ ਦੇ ਬਰਾਬਰ ਹੈ। ਇਹ ਸੁਣਦਿਆਂ ਹੀ ਅੰਗਰੇਜ਼ ਜੱਜ ਅਦਬ ਨਾਲ ਆਪਣੀ ਕੁਰਸੀ ਤੋਂ ਉੱਠ ਕੇ ਖੜੇ ਹੋ ਗਏ ਅਤੇ ਕਿਹਾ I am honored and blessed to greet and meet you ਅਤੇ ਹੋਰ ਵੀ ਬਹੁਤ ਕੁਝ। ਨਹੀਂ ਉਹ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ। ਮਿੱਟੀ ਨੂੰ ਫਰੋਲੇ ਬਿਨਾ ਤਾਂ ਆਮ ਦਾ ਦਾਣਾ ਵੀ ਨਹੀਂ ਉੱਗਦਾ। ਦੇਸ਼ ਭਗਤਾਂ ਤੇ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਸਰਖੇਜ਼ ਮਿੱਟੀ ਹੀ ਕੌਮਾਂ ਦਾ ਇਤਿਹਾਸ ਲਿਖਦੀ ਹੈ। ਇਹ ਵਤਨ ਦੀ ਮਿੱਟੀ ਹੀ ਹੈ ਜਿਸ ਦੇ ਜ਼ਰੇ ਜ਼ਰੇ ਇੰਚ ਇੰਚ ਤੇ ਵਤਨ ਪ੍ਰਸਤ ਕੁਰਬਾਨ ਹੋ ਜਾਂਦੇ ਹਨ। ਜਦੋਂ 1947 ਵਿੱਚ ਹਿੰਦੁਸਤਾਨ ਦੇ ਨਾਲ ਹੀ ਪੰਜਾਬ ਦੀ ਦੋ ਹਿੱਸਿਆਂ ਵਿੱਚ ਵੰਡ ਨੇ ਬਹੁਤ ਕੁਝ ਬਦਲ ਕੇ ਰੱਖ ਦਿੱਤਾ। ਸਾਡੇ ਸੋਹਣੇ ਪੰਜਾਬ ਦੀ ਮਿੱਟੀ ਤੇ ਲਕੀਰ ਖਿੱਚ ਕੇ ਇਸ ਦੇ ਦੋ ਟੁਕੜੇ ਕਰਕੇ ਉਜਾੜ ਦਿੱਤਾ ਗਿਆ। ਅੱਜ ਤੋਂ ਕਰੀਬ 72 ਸਾਲ ਪਹਿਲਾਂ ਉਜਾੜੇ ਅਤੇ ਆਬਾਦੀ ਦੇ ਤਬਾਦਲੇ ਦੇ ਸਮੇਂ ਨਾ ਸਿੱਖਾਂ ਤੇ ਹਿੰਦੂ ਭੈਣ ਭਰਾਵਾਂ ਨੂੰ ਨਵੀਆਂ ਜਗ੍ਹਾ ਜ਼ਮੀਨਾਂ ਤਲਾਸ਼ ਕੇ ਵਸਾਉਣਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਲੀਹ ਪਟੜੀ ਤੇ ਲੈ ਆਉਣਾ ਇੱਕ ਵੱਡੀ ਚੁਣੌਤੀ ਸੀ। ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਥੇਦਾਰ ਸਾਹਿਬ ਵੱਲੋਂ ਵੰਡ ਵਾਰੇ ਦੇ ਸਮੇਂ ਅਤੇ ਆਬਾਦੀ ਦੇ ਤਬਾਦਲੇ ਸਮੇਂ ਕੀਤੇ ਗਏ ਪ੍ਰਬੰਧਾਂ ਅਤੇ ਸੇਵਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਇਹਨਾਂ ਨੂੰ ਹੁਣ ਭਾਰਤ ਵਿੱਚ ਵਸਾਉਣ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ। ਇਸ ਲਈ ਭਾਰਤ ਸਰਕਾਰ ਦੇ ਰੀਹੈਬਿਲਿਟੇਸ਼ਨ ਮਿਨਿਸਟਰ ਮੁੜ ਵਜਾਓ ਵਜ਼ੀਰ ਮਿਸਟਰ ਨੋਮੀ ਰਾਹੀਂ ਪੂਰਬੀ ਪੰਜਾਬ ਸਰਕਾਰ ਦਾ ਇੱਕ ਡੈਲੀਗੇਸ਼ਨ ਨਵੰਬਰ 1948 ਈਸਵੀ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਜਗ੍ਹਾ ਜ਼ਮੀਨਾਂ ਦੀ ਤਲਾਸ਼ਣ ਲਈ ਭੇਜਿਆ ਗਿਆ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਇਸ ਡੈਲੀਗੇਸ਼ਨ ਦੇ ਚੇਅਰਮੈਨ ਬਣਾਏ ਗਏ। ਉਹਨਾਂ ਦੇ ਨਾਲ ਸਰਦਾਰ ਬਿਸ਼ਨ ਸਿੰਘ ਜੀ ਸਿੰਘਪੁਰੀਆ ਲਾਇਲਪੁਰ, ਚੌਧਰੀ ਪਰਮਾਨੰਦ ਜੀ ਮੁਲਤਾਨ ਵਾਲੇ, ਸਰਦਾਰ ਸਰੂਪ ਸਿੰਘ ਜੀ ਖੇਤੀਬਾੜੀ ਦੇ ਮਹਿਕਮੇ ਵਾਲੇ ਭੇਜੇ ਗਏ। ਸਰਦਾਰ ਗੁਰਬਖਸ਼ ਸਿੰਘ ਜੀ ਸਟੈਨੋਗ੍ਰਾਫਰ ਲਿਖਾ ਪੜ੍ਹੀ ਲਈ ਭੇਜੇ ਗਏ। ਡੈਲੀਗੇਸ਼ਨ ਦੇ ਚੇਅਰਮੈਨ ਜਥੇਦਾਰ ਨਾਗੋਕੇ ਜੀ ਨੇ ਉੱਥੇ ਦੇ ਟਾਪੂਆਂ ਵਿੱਚ ਵਿਚਰ ਕੇ ਉੱਥੋਂ ਦੇ ਵਾਤਾਵਰਨ, ਆਬੋ ਹਵਾ, ਵਸੋਂ ਸੰਭਾਵਿਤ ਵਸੀਲੇ, ਜ਼ਮੀਨ, ਜੰਗਲ, ਸਮੁੰਦਰ, ਆਵਾਜਾਈ ਦੇ ਸਾਧਨ, ਪਸ਼ੂ ਪੰਛੀਆਂ, ਭਾਸ਼ਾ, ਸੰਭਾਵਿਤ ਬਿਮਾਰੀਆਂ, ਪਹਿਨਣ ਖਾਣ, ਧਰਮ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਇਕੱਠੀ ਕੀਤੀ ਔਰ ਭਾਰਤ ਸਰਕਾਰ ਲਈ ਇੱਕ ਸਰਵੇ ਰਿਪੋਰਟ ਤਿਆਰ ਕੀਤੀ। ਪਰ ਮੈਨੂੰ ਫਖਰ ਹੈ ਕਿ ਜ਼ਮੀਨਾਂ, ਵਸੋਂ, ਵਸੀਲੇ ਤਲਾਸ਼ਣਾ ਤਾਂ ਉਹਨਾਂ ਦੀ ਡਿਊਟੀ ਫਰਜ਼ ਸੀ। ਉਹ ਸਰਕਾਰ ਵੱਲੋਂ ਇਹ ਕੰਮ ਭੇਜੇ ਗਏ ਸਨ, ਪਰੰਤੂ ਉਹਨਾਂ ਨੇ ਜਹਾਜ਼ ਵਿੱਚ ਬੈਠਦਿਆਂ ਹੀ ਜਿਨ੍ਹਾਂ ਦੇਸ਼ ਭਗਤਾਂ ਤੇ ਸੁਤੰਤਰਤਾ ਸੈਨਾਨੀਆਂ ਨੇ ਕਾਲੇ ਪਾਣੀ ਦੀ ਜੇਲ੍ਹ ਵਿੱਚ ਅੰਗਰੇਜ਼ ਹਕੂਮਤ ਤੇ ਜਾਪਾਨੀਆਂ ਵੱਲੋਂ ਦਿੱਤੇ ਗਏ ਅਣਮਨੁੱਖੀ ਅਸਹਿ ਤੇ ਅਕਹਿ ਤਸੀਹੇ ਚੱਲੇ ਸਨ, ਉਹਨਾਂ ਸਭ ਦੀ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਆਪਣੀ ਹੱਥ ਲਿਖਤ ਵਿੱਚ ਕਲਮਬੱਧ ਕਰਨਾ, ਕਾਲੇ ਪਾਣੀ ਦਾ ਸਫ਼ਰ ਲਿਖਣਾ ਵੀ ਸ਼ੁਰੂ ਕਰ ਦਿੱਤਾ, ਜਿਸ ਨੂੰ ਮੈਂ ਆਪ ਸਭ ਸੂਝਵਾਨ ਸਰੋਤਿਆਂ ਤੱਕ ਚੈਪਟਰ 1 ਤੋਂ ਲਗਾਤਾਰ ਅਬ ਤੱਕ ਪਹੁੰਚਾਇਆ। ਇਸ ਰਾਹੀਂ ਸਾਨੂੰ ਪਤਾ ਲੱਗਾ ਕਿ 24 ਨਵੰਬਰ 1948 ਈਸਵੀ ਨੂੰ ਪੋਰਟ ਬਲੇਅਰ ਵਿਖੇ 1948 ਨੂੰ ਪੋਰਟ ਬਲੇਅਰ ਵਿਖੇ ਜਥੇਦਾਰ ਸਾਹਿਬ ਜੀ ਦੀ ਤਜਵੀਜ਼ ਤੇ ਉੱਥੋਂ ਦੇ ਸਿੱਖਾਂ, ਮੋਤਬਰਾਂ ਅਤੇ ਸਾਰੇ ਵਸਨੀਕਾਂ ਦੇ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਕੇ ਸਰਬਸੰਮਤੀ ਯੂਨੈਨਿਮਸਲੀ ਡਾਕਟਰ ਦੀਵਾਨ ਸਿੰਘ ਜੀ ਕਾਲੇ ਪਾਣੀ ਵੱਲੋਂ ਬਣਵਾਏ ਗੁਰਦੁਆਰਾ ਸਾਹਿਬ ਅਤੇ ਜਗ੍ਹਾ ਦਾ ਨਾਮ ਡਾਕਟਰ ਦੀਵਾਨ ਸਿੰਘ ਵਾਲਾ ਰੱਖਿਆ ਗਿਆ। ਇਸ ਤਰ੍ਹਾਂ ਇਹ ਭਾਰਤ ਸਰਕਾਰ ਅਤੇ ਪੂਰਬੀ ਪੰਜਾਬ ਸਰਕਾਰ ਵੱਲੋਂ ਇਸ ਸ਼ਹੀਦੀ ਦੀ ਪਹਿਲੀ ਯਾਦਗਾਰ ਹੈ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਕਹਿਰ ਫਲ ਪੰਖੀ ਕੇਲ ਗ੍ਰੰਥ। 27 ਨਵੰਬਰ 1948 ਨੂੰ ਸਵੇਰੇ ਅੰਡੇਮਾਨ ਨਿਕੋਬਾਰ ਵਿਖੇ ਜਿਨ੍ਹਾਂ ਰਾਸ਼ੀ ਕੈਦੀਆਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤਜ਼ਰੀਹੇ ਜਾਂ ਟੁਕੜੇ ਸਹੇ, ਉਹਨਾਂ ਦੀ ਯਾਦ ਵਿੱਚ ਜਥੇਦਾਰ ਜੀ ਦੀ ਸੁਜੈਸ਼ਨ ਤਜਵੀਜ਼ ਤੇ ਪਹਿਲੀ ਯਾਦਗਾਰ ਬਣਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਲਈ ਕਾਲੇ ਪਾਣੀ ਅੰਡੇਮਾਨ ਦੀ ਜੇਲ੍ਹ ਦੇ ਪਿਛਵਾੜੇ ਪਿਛਲੇ ਪਾਸੇ ਸਮੁੰਦਰ ਦੇ ਕੰਢੇ ਇੱਕ ਛੋਟੀ ਜਿਹੀ ਯਾਦਗਾਰ ਬਣਾ ਕੇ ਆਮ ਪਬਲਿਕ ਵਸਨੀਕਾਂ, ਚੀਫ ਕਮਿਸ਼ਨਰ, ਸਰਕਾਰੀ ਅਹੁਦੇਦਾਰਾਂ ਦੀ ਪ੍ਰੈਜ਼ੈਂਸ ਹਾਜ਼ਰੀ ਵਿੱਚ ਹਿੰਦੁਸਤਾਨ ਦਾ ਝੰਡਾ ਪਹਿਲੀ ਵਾਰ ਲਹਿਰਾਇਆ ਗਿਆ ਅਤੇ ਸ਼ਹੀਦਾਂ ਤੇ ਤਸੀਹੇ ਚੱਲਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਚੇਅਰਮੈਨ ਪੰਜਾਬ ਡੈਲੀਗੇਸ਼ਨ, ਮਿਸਟਰ ਮਾਈਤੀ ਚੇਅਰਮੈਨ ਬੰਗਾਲ ਡੈਲੀਗੇਸ਼ਨ, ਇਹਨਾਂ ਦੇ ਮੈਂਬਰਾਂ ਦੇ ਸਪੀਚਿਸ ਵਿਖਿਆਨ ਵੀ ਹੋਏ।
ਜਥੇਦਾਰ ਨਾਗੋ ਕੇ ਜੀਵਨ ਸ਼ਹੀਦਾਂ ਦੇ ਪੂਰੇ ਭਾਰਤ ਦੇ ਦੇਸ਼ ਭਗਤਾਂ ਦੀ ਬਹਾਦਰੀ ਨੂੰ ਇਸ ਤਰ੍ਹਾਂ ਸਲਾਮ ਸਲੂਟ ਕੀਤਾ ਗਿਆ। ਉਹਨਾਂ ਦੀ ਪਹਿਲੀ ਯਾਦਗਾਰ ਦਾ ਬੀਜ ਬੀਜਿਆ ਗਿਆ। ਇਹ ਤਾਂ ਆਪ ਸਭ ਨੇ ਕਾਲੇ ਪਾਣੀ ਦੇ ਸਫ਼ਰ ਦੀ ਹੱਥ ਲਿਖਤ, ਜਿਸ ਵਿੱਚ ਉਹਨਾਂ ਵਰਤਮਾਨ 24/12/1948 24 ਦਸੰਬਰ 1948 1948 ਲਿਖਿਆ ਹੈ। ਚੈਪਟਰ 1 to 9 ਤੋਂ ਜਾਣ ਚੁੱਕੇ ਹੋਵੋਗੇ ਕਿ ਅੰਡੇਮਾਨ ਨਿਕੋਬਾਰ ਟਾਪੂਆਂ ਨੂੰ ਅੰਗਰੇਜ਼ ਹਕੂਮਤ ਨੇ 1857 1857 ਦੇ ਰਿਵੋਲਟ ਗਦਰ ਤੋਂ ਬਾਅਦ ਬਤੌਰ ਜੇਲਾਂ ਦੇ ਵਰਤਣਾ ਸ਼ੁਰੂ ਕਰ ਦਿੱਤਾ ਸੀ। ਖਤਰਨਾਕ ਉਮਰ ਕੈਦੀ ਤੇ ਦੇਸ਼ ਭਗਤਾਂ ਨੂੰ ਇੱਥੇ ਤਸੀਹੇ ਦੇ ਕੇ ਕੈਦ ਕਰਕੇ ਤਸੀਹੇ ਦਿੱਤੇ ਜਾਂਦੇ ਸਨ। ਫਿਰ ਆ ਗਏ ਜਾਪਾਨੀ। 23 ਮਾਰਚ 1942 1942 ਨੂੰ ਸਵੇਰੇ 3-4 ਵਜੇ 11 ਸਮੁੰਦਰੀ ਜਹਾਜ਼ਾਂ ਰਾਹੀਂ ਪੋਰਟ ਬਲੇਅਰ ਵਿਖੇ ਵੱਖ-ਵੱਖ ਪੋਰਟਾਂ ਤੇ ਜਾਪਾਨੀਆਂ ਦੀ ਫੌਜ ਉਤਰੀ। ਉਹਨਾਂ ਦੀ ਮਦਦ 4 ਹਵਾਈ ਜਹਾਜ਼ ਵੀ ਕਰ ਰਹੇ ਸਨ। ਉਹਨਾਂ ਟਾਪੂਆਂ ਵਿੱਚੋਂ ਬ੍ਰਿਟਿਸ਼ ਆਰਮੀ ਦੇ ਅਫਸਰਾਂ ਨੂੰ ਕੈਦ ਕਰਕੇ ਸਿੰਗਾਪੁਰ ਪਹੁੰਚਾ ਦਿੱਤਾ। ਇਸ ਤਰ੍ਹਾਂ ਹੁਣ ਜਾਪਾਨੀ ਅੰਡੇਮਾਨ ਨਿਕੋਬਾਰ ਟਾਪੂਆਂ ਤੇ ਕਾਬਜ਼ ਹੋ ਗਏ ਅਤੇ ਉੱਥੋਂ ਦੇ ਵਸਨੀਕਾਂ ਤੇ ਕੈਦੀਆਂ ਤੇ ਜ਼ੁਲਮ ਦਾ ਨਵਾਂ ਦੌਰ ਸ਼ੁਰੂ ਹੋਇਆ। ਪਰੰਤੂ 6 ਅਗਸਤ ਨੂੰ ਹੀਰੋਸ਼ੀਮਾ ਅਤੇ 9 ਅਗਸਤ 1945 ਨੂੰ ਨਾਗਾਸਾਕੀ ਤੇ ਸੁੱਟੇ ਗਏ ਐਟਮ ਬੰਬਾਂ ਨੇ ਜਾਪਾਨੀਆਂ ਨੂੰ ਦੂਜੀ ਸੰਸਾਰ ਜੰਗ ਵਿੱਚ ਹਥਿਆਰ ਸੁੱਟਣ ਤੇ ਮਜਬੂਰ ਕਰ ਦਿੱਤਾ। ਤਾਂ ਹੁਣ ਅੰਗਰੇਜ਼ ਹਕੂਮਤ ਨੇ ਵੀ ਜਾਪਾਨੀਆਂ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚੋਂ ਕੈਦ ਕਰਕੇ ਸਿੰਗਾਪੁਰ ਪਹੁੰਚਾ ਦਿੱਤਾ। 1947 ਈਸਵੀ ਵਿੱਚ ਹਿੰਦੁਸਤਾਨ ਦੇ ਆਜ਼ਾਦ ਹੋ ਜਾਣ ਪਿੱਛੋਂ ਇੱਥੇ ਭਾਰਤ ਸਰਕਾਰ ਵੱਲੋਂ ਅਸਾਮ ਦੇ ਜ਼ਿਲ੍ਹਾ ਸ਼ਿਲੌਂਗ ਦੇ ਰਹਿਣ ਵਾਲੇ ਮਿਸਟਰ ਆਈ ਮਜੀਦ ਚੀਫ ਕਮਿਸ਼ਨਰ ਨਿਯੁਕਤ ਹੋਏ। ਪੰਜਾਬ ਡੈਲੀਗੇਸ਼ਨ ਦੇ ਚੇਅਰਮੈਨ ਦੀ ਰਿਹਾਇਸ਼ ਦਾ ਪ੍ਰਬੰਧ ਉਹਨਾਂ ਆਪਣੇ ਘਰ ਕੀਤਾ ਸੀ। ਉਹਨਾਂ ਦੀ ਮਹਿਮਾਨ ਨਿਵਾਜ਼ੀ ਦੀ ਪਿਤਾ ਜੀ ਅਕਸਰ ਤਾਰੀਫ ਕਰਦੇ ਸਨ। ਹੁਣ ਮੈਂ ਆਪ ਜੀ ਨਾਲ ਚੇਅਰਮੈਨ ਜਥੇਦਾਰ ਨਾਗੋ ਕੇ ਜੀ ਦੀ ਹੱਥ ਲਿਖਤ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਭੇਜੇ ਗਏ ਸਰਵੇ ਰਿਪੋਰਟ ਦੇ ਵੇਰਵੇ ਸਾਂਝੇ ਕਰ ਰਹੀ ਹਾਂ। ਇਹ ਜੋ ਵੇਰਵੇ ਮੈਂ ਦੱਸਣ ਜਾ ਰਹੀ ਹਾਂ ਇਹ ਉਹਨਾਂ ਨੇ ਆਮ ਪਬਲਿਕ ਨਾਲ ਸਾਂਝੇ ਕਰਨ ਲਈ ਲਿਖੇ ਹਨ। ਇਸ ਤੇ ਉਹਨਾਂ ਦੇ ਹਸਤਾਖਰ ਅਤੇ ਡੇਟ ਵੀ ਲਿਖੀ ਹੋਈ ਹੈ। ਮੋਹਨ ਸਿੰਘ 4/2/1949। ਸੱਚ ਪੁਰਾਣਾ ਹੋਵੇ ਨਾਹੀਂ, ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਟ। ਇਹ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ। ਅਫੀਸ਼ੀਅਲ ਰਿਪੋਰਟ ਦੇ ਵੇਰਵੇ। ਅੰਡੇਮਾਨ ਨਿਕੋਬਾਰ। ਮੇਰੀ ਰਾਏ ਵਿੱਚ ਅੰਡੇਮਾਨ ਦਾ ਟਾਪੂ ਆਬਾਦ ਹੋ ਸਕਦਾ ਹੈ ਤੇ ਇਸ ਨੂੰ ਜ਼ਰੂਰ ਆਬਾਦ ਕਰਨਾ ਚਾਹੀਦਾ ਹੈ, ਲੇਕਿਨ ਆਬਾਦ ਕਰਨ ਲਈ ਇੱਥੋਂ ਦੀ ਮੌਜੂਦਾ ਐਡਮਿਨਿਸਟ੍ਰੇਸ਼ਨ 25-30 ਘਰਾਂ ਤੋਂ ਵੱਧ ਇਸ ਵੇਲੇ ਵਸਾਉਣ ਤੋਂ ਅਸਮਰਥਾ ਪ੍ਰਗਟ ਕਰਦੀ ਹੈ। ਮੇਰੀ ਰਾਏ ਇਹ ਹੈ ਕਿ ਇੱਥੇ ਰਿਫਿਊਜੀ ਬਹੁਤੇ ਨਹੀਂ ਭੇਜੇ ਜਾ ਸਕਦੇ। ਜਿੰਨੇ ਕੁ ਸਾਊਥ ਅੰਡੇਮਾਨ ਵਿੱਚ ਵੱਸ ਸਕਦੇ ਹਨ ਉਹਨੇ ਕੁ ਭੇਜੇ ਜਾਣ, ਤੇ ਜੇ ਵੱਧ ਭੇਜੇ ਗਏ ਤਾਂ ਮਾਯੂਸੀ ਹੋਵੇਗੀ, ਕਿਉਂਕਿ ਉਹ ਠੀਕ ਤਰ੍ਹਾਂ ਸੈਟਲ ਨਹੀਂ ਹੋ ਸਕਣਗੇ। ਉਹਨਾਂ ਨੂੰ ਵਸਾਉਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਟਾਪੂਆਂ ਨੂੰ ਆਵਾਜਾਈ ਦੀ ਬਹੁਤ ਘਾਟ ਹੈ, ਰੋਕ ਹੈ, ਉਹ ਦੂਰ ਕਰ ਦਿੱਤੀ ਜਾਵੇ ਤੇ ਆਵਾਜਾਈ ਦੇ ਸਾਧਨਾਂ ਤੇ ਵਾਧਾ ਕੀਤਾ ਜਾਵੇ। ਇੱਕ ਜਹਾਜ਼ ਕਾਫੀ ਨੇ। ਪਿੱਛੇ ਜੇ ਮਹਾਰਾਜ ਜਹਾਜ਼ ਮੁਰੰਮਤ ਲਈ ਚਲਾ ਗਿਆ ਤੇ 2 ਮਹੀਨਿਆਂ ਲਈ ਨਾ ਕਿਸੇ ਨੂੰ ਇੱਥੇ ਚਿੱਠੀ ਪਹੁੰਚੀ, ਨਾ ਕੋਈ ਇੱਥੇ ਆ ਜਾ ਸਕਿਆ। ਇਸ ਲਈ ਕੇਂਦਰੀ ਸਰਕਾਰ ਨੂੰ ਘੱਟੋ ਘੱਟ ਇੱਕ ਜਹਾਜ਼ ਹੋਰ ਲਗਾਉਣਾ ਚਾਹੀਦਾ ਹੈ। ਇਹਨਾਂ ਟਾਪੂਆਂ ਲਈ ਡਾਕ ਦਾ ਇੰਤਜ਼ਾਮ ਬਹੁਤ ਹੀ ਮਾੜਾ ਹੈ, ਇਸ ਲਈ ਡਾਕ ਦਾ ਪ੍ਰਬੰਧ ਸੁਧਾਰ ਮੰਗਦਾ ਹੈ। ਹਵਾਈ ਜਹਾਜ਼ ਹਫ਼ਤੇ ਵਿੱਚ ਇੱਕ ਵਾਰੀ ਹੀ ਆਉਂਦਾ ਹੈ। ਡਾਕ ਦਾ ਪ੍ਰਬੰਧ ਚੁਸਤ ਦਰੁਸਤ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਕਲਕੱਤੇ ਪੋਰਟ ਬਲੇਅਰ ਤੱਕ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਹਵਾਈ ਅੱਡਾ ਪੋਰਟ ਬਲੇਅਰ ਵਿੱਚ ਮੌਜੂਦ ਹੈ ਤੇ ਇੱਕ ਹੋਰ ਏਅਰਪੋਰਟ ਜਾਪਾਨੀਆਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਕਿ ਉਹ ਮੌਜੂਦਾ ਅੱਡੇ ਤੋਂ ਚੰਗੀ ਲੋਕੇਸ਼ਨ ਤੇ ਮੌਜੂਦ ਸੀ, ਪਰ ਉਹ ਵਾਪਸ ਜਾਂਦੇ ਜਾਂਦੇ ਉਸ ਨੂੰ ਤਬਾਹ ਕਰ ਗਏ। ਪੋਰਟ ਬਲੇਅਰ ਤੋਂ ਖੁਸ਼ਕੀ ਦੇ ਰਸਤੇ ਨਾਰਥ ਅੰਡੇਮਾਨ ਤੱਕ ਪੱਕੀ ਸੜਕ ਬਣਾਉਣੀ ਚਾਹੀਦੀ ਹੈ। ਸੜਕ ਦਾ ਸਰਵੇ ਝਟਪਟ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਉੱਤੇ ਬੱਸ ਸਰਵਿਸ ਜਾਰੀ ਕਰਨੀ ਚਾਹੀਦੀ ਹੈ ਤੇ ਜ਼ਿਆਦਾ ਸਮਾਂ ਲਾ ਕੇ ਪਲਾਨ ਤੇ ਸਰਵੇ ਖਤਮ ਕਰਕੇ ਸੜਕ ਬਣਾਉਣੀ ਆਰੰਭ ਵੀ ਕਰ ਦੇਣੀ ਚਾਹੀਦੀ ਹੈ। ਪੱਕੀ ਸੜਕ ਬਣਾਉਣ ਵਿੱਚ ਦੇਰ ਲੱਗੇਗੀ। ਬਾਰਿਸ਼ਾਂ ਤੋਂ ਪਹਿਲਾਂ ਕੱਚੀ ਸੜਕ ਬਣਾ ਦਿੱਤੀ ਜਾਵੇ। ਇਹ ਸੜਕ ਕਰੀਬ 150 ਮੀਲ ਹੋਵੇਗੀ। ਅਗਾਂਹ ਇਸ ਸੜਕ ਦੀਆਂ ਬ੍ਰਾਂਚਿਸ ਸ਼ਾਖਾਂ ਵੀ ਇਸ ਦੇ ਦੋਹੀਂ ਪਾਸਿਓਂ ਕਿਤੇ ਕਿਤੇ ਲੋੜ ਅਨੁਸਾਰ ਬਣਾਉਣੀਆਂ ਚਾਹੀਦੀਆਂ ਹਨ। ਜੋ ਇਸ ਸਮੇਂ ਜ਼ਮੀਨ ਸੰਬੰਧੀ ਅੰਡੇਮਾਨ ਦਾ ਐਕਟ ਮੌਜੂਦ ਹੈ ਉਸ ਵਿੱਚ ਅਮੈਂਡਮੈਂਟ ਤਰਮੀਮ ਕਰਨੀ ਅਤ ਜ਼ਰੂਰੀ ਹੈ। ਐਕਟ ਦੀਆਂ ਕਲੌਜ਼ਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਇਹ ਐਕਟ ਸਿਰਫ ਕੈਦੀਆਂ ਨੂੰ ਵਸਾਉਣ ਲਈ ਹੀ, ਪ੍ਰਿਜ਼ਨਰਸ ਨੂੰ ਸੈਟਲ ਕਰਨ ਲਈ ਹੀ ਬਣਾਇਆ ਗਿਆ ਸੀ।
मैं समझदा हाँ कि होर तब्दीलियां जिस दे नाल कम से कम ये 2-3 तब्दीलियां जरूर कीतियां जाण। नंबर 1, इत्थे भेजे जाण वाले नूं 1 साल दे बाद मारूसीਅਤ ਦੇ हकूक प्राप्त हो जाण। नंबर 2, 5 साल के बाद हकूक मलकीयत हासिल हो जाने चाहिए हैं। नंबर 3, वजारत तजारत व्यापार ट्रेड संबंधी जो कानून पंजाब विच है वही हासिल होना चाहिए है। नंबर 4, पहले 5 सालों का रेवन्यू बिल्कुल नहीं होना चाहिए। इस एक्ट विच सारिया अमेंडमेंट्स तरमीमा करन लई पंजाब का कोई रेवन्यू डिपार्टमेंट मैल महकमे का माहर नियत करना चाहिए है जो सरकार हिंद नूं अपनियां तजवीज़ां देवे। महकमा जंगलात फॉरेस्ट डिपार्टमेंट का ख्याल है कि 50% की 50% लैंड जंगलात थले रखनी बहुत जरूरी है। मैं उन्होंने इस गल नाल सहमति रखता है, एग्री करता हाँ। छड़ छड़ा के बाकी 1000 मुरबा मील जमीन वाही जा सकती है जिससे फार्मिंग हो सकती है। भाव 28,000 मुरबा मील के जंगल जमीन की सफाई कट्टण लई फौरी कार्रवाई की लोड़ है। महकमा जंगलात तो बिना भी आम लोगों को ठेके दे के भी जंगल की साफ सफाई करवाई जा सकती है। मैं समझदा हाँ कि इन्हां टापूआं नूं वसाउण लई 2 किस्म के लोगों की इत्थे लोड़ है, एक लेबरर मजदूर ते दूसरा काश्तकार फार्मर। मजदूर की काश्तकार नालों भी पहला लोड़ है ते इन्हां दी बड़ी भारी गिणती विच लोड़ है। इस वेले दा कार व्यवहार चलाउण लई भी इन्हां टापूआं विच मजदूरां दी बहुत घाट है। नवे काम शुरू करन लई होर लोड़ पैनी है, इसलिए पहला मजदूरां दा बंदोबस्त ही करना चाहिए है ते मजदूर भी वो जिन्हां नूं बाद विच काश्तकार फार्मर विच तब्दील किया जा सके वो चंगे रहणगे। जिस करके इस वेले जिथों मजदूर लिआंदे जा रहे हैं वो चंगे काश्तकार नहीं हो सकते। मेरी समझ भी भारत के सारे सूबे स्टेट्स विचों पंजाब ही वो ऐसा स्टेट है जिस दे काश्तकार फार्मर चंगे हैं, ये मेहनती भी ने, हिम्मती भी ने ते मजबूत भी हैं। आबादकारी का इन्हां नूं तजर्बा एक्सपीरियंस भी है क्योंकि लायलपुर ते सरगोधे की आबादी इन्हां ने ही बसाई है। मिंट गुमरी ते मुल्तान के जंगलों नूं इन्हां ने ही बागां विच तब्दील किया है। बीकानेर ते बहावलपुर के टिब्बियां नूं साफ करके इन्हां ने ही सरसब्ज किया है। हुण सिंध नूं आबाद कर रहे हैं, इसलिए ये जजीरे आबाद करने लई भारत सरकार हिंद नूं पंजाबियां नूं इस दे सपुर्द करने चाहिए हैं। ये गल पंजाब सरकार के नोटिस विच आ चुकी होवेगी कि पंजाबी जमीन दे बड़े प्यारे हुंदे हैं। इस वेले जमीन खूब भी पंजाब विच थोड़ी है। लोकां नूं जिन्हां दी जमीन नहीं जां जिन्हां दी थोड़ी है जां बेच भी ने हन उन्हां नूं जमीन की लोड़ है, इसलिए पंजाब सरकार नूं भी एडवरटाइजमेंट देनी चाहिए है, इश्तिहार कढने चाहिए हैं जिस विच पश्चिमी पंजाब तो आए ਅਤੇ पूर्वी पंजाब विच रह रहे मुजारियां नूं जां दोवां तहां दे थोड़ी थोड़ी घट जमीन के मालकां नूं जां बेजमीनियां नूं ये टापू वसाउण दा सदा इनविटेशन देना चाहिए है। जो सज्जण अंडेमान जाण लई अपनी खुशी नाल हाँ कर देण उन्हां नूं इत्थे भेजण दा प्रबंध करना चाहिए है ਅਤੇ उत्थे जाण लई कम से कम एटलीस्ट काम हेठ लिखियां सहूलतां देणियां जरूर चाहिए हैं। नंबर 1, उत्थे टब्बर टोर फैमिली परिवार का लेके जाण दा किराया ते रस्ते का खर्च सरकार देवे। नंबर 2, डंगर पशु जिहड़े अपने लिजा सकण उन्हां दा किराया भी सरकार देवे ते जिन्हां कोल अपने पशु डंगर ना होण उन्हां नूं भी पर फैमिली टब्बर 2 झोटे सरकार कर्जा लोन तकावी लैके देवे। नंबर 3, जिन्ना चेर तक उन्हां दी पहली फसल नहीं पकदी उन्हां चेर तक राशन का खर्चा बंदोबस्त भी सरकार दे जिम्मे होवे। नंबर 4, बीज सीड्स आदि का प्रबंध भी सरकार नूं करना चाहिए है। नंबर 5, घर चूंकि लकड़ दे ही हुंदे हन इसलिए घरां लई लोड़ अनुसार जे वसण वालियां दी सहमति जमीन विच ना होवे तां महकमा फॉरेस्ट जंगलात विचों लैके दित्ती जावे ते इस दी बनवाई कंस्ट्रक्शन आदि लई भी सरकार ग्रांट देवे। नंबर 6, जमीन घट तो घट एक फैमिली नूं 25 एकड़ भाव 1 मुरब्बा जरूर दित्ती जावे। ਜਿਹੜੇ बाग लगाना चाहन ਜਾਂ ਜ਼ਿਆਦਾ आबाद कर सकते होण उन्हां नूं कुछ ज़्यादा टाइम पीरियड रख के ਵਧੇਰੇ आबाद करन दी भी खुल परमिशन दित्ती जानी चाहिए है। नंबर 7, सरकार नूं चाहिए है कि छोटे ते वड्डे ट्रैक्टर भी उत्थे रखे जाण ताकि लोड़ पैण ते आबादकार उन्हां नूं वरत सकण। मेरी राय विच जे अंडेमान दे असल हालात अखबारां
ਤੇ ਇਸ਼ਤਿਹਾਰਾਂ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਤਾਂ ਲੋਕਾਂ ਦੇ ਮਨਾਂ ਵਿੱਚੋਂ ਜੋ ਕਾਲੇ ਪਾਣੀ ਦੇ ਟਾਪੂਆਂ ਦਾ ਡਰ ਬੈਠਾ ਪਿਆ ਹੈ ਉਹ ਕੱਢ ਦਿੱਤਾ ਜਾਵੇ ਅਤੇ ਉੱਪਰ ਦੱਸੀਆਂ ਕੁਝ ਕੁ ਸਹੂਲਤਾਂ ਦਿੱਤੀਆਂ ਜਾਣ ਤਾਂ ਇਹ ਟਾਪੂ ਆਬਾਦ ਹੋ ਸਕਦੇ ਹਨ। ਇਹਨਾਂ ਵਿੱਚ ਖੇਤੀਬਾੜੀ ਤੇ ਜੰਗਲ ਦੇ ਕੰਮ ਤੋਂ ਇਲਾਵਾ ਦਸਤਕਾਰੀ ਹੈਂਡੀਕ੍ਰਾਫਟ ਵੀ ਕਾਫੀ ਚੱਲ ਸਕਦੀ ਹੈ। ਇੱਥੇ ਚੰਗੇ ਕਾਰੀਗਰ ਵਸਾਏ ਜਾ ਸਕਦੇ ਹਨ, ਜਿਵੇਂ ਕਿ ਡੱਬੀਆਂ, ਮਾਚਿਸ ਬਣਾਉਣ ਦਾ ਕਾਰਖਾਨਾ, ਪਲਾਈਵੁੱਡ ਦੀ ਦਸਤਕਾਰੀ, ਸ਼ੂਗਰ ਮਿਲ, ਝੋਨਾ ਛੜਨ ਦੀਆਂ ਮਸ਼ੀਨਾਂ, ਨਾਰੀਅਲ ਦੇ ਰੱਸੇ, ਵਾਣ ਵੱਟਣ ਦਾ ਕੰਮ ਅਤੇ ਨਾਰੀਅਲ ਦਾ ਤੇਲ ਕੱਢਣ ਦਾ ਕਾਰਖਾਨਾ ਲੱਗ ਸਕਦਾ ਹੈ। ਮੱਛੀਆਂ ਫੜ ਕੇ ਫਿਸ਼ਰੀ ਡਿਪਾਰਟਮੈਂਟ ਹਿੰਦੁਸਤਾਨ ਭੇਜਣ ਦਾ ਕੰਮ ਵੀ ਜਾਰੀ ਕਰ ਸਕਦਾ ਹੈ। ਜੇ ਇਹ ਟਾਪੂ ਚੰਗੀ ਤਰ੍ਹਾਂ ਬਣਾ ਕੇ ਆਬਾਦ ਕਰ ਦਿੱਤੇ ਜਾਣ ਤਾਂ ਇਸ ਵੇਲੇ ਜੋ ਹਰ ਚੀਜ਼ ਹਿੰਦੁਸਤਾਨ ਵਿੱਚੋਂ ਹੀ ਅੰਡੇਮਾਨ ਦੀ ਥੋੜ੍ਹੀ ਜਿਹੀ ਵਸੋਂ ਲਈ ਭੇਜਣੀ ਪੈਂਦੀ ਹੈ, ਉਸ 'ਤੇ ਖਰਚਾ ਕਰਨਾ ਪੈਂਦਾ ਹੈ, ਉਸ ਦੇ ਉਲਟ ਅੰਡੇਮਾਨ ਆਪਣੀਆਂ ਲੋੜਾਂ ਪੂਰੀਆਂ ਕਰਕੇ ਵਾਧੂ ਦਾਣਾ ਫੱਕਾ ਹਿੰਦੁਸਤਾਨ ਦੀ ਖੁਰਾਕ ਦੀ ਕਮੀ ਘਾਟ ਨੂੰ ਪੂਰਾ ਕਰਨ ਵਿੱਚ ਹਿੱਸੇ ਵਜੋਂ ਪਾ ਸਕਦਾ ਹੈ। ਦੇਸ਼ ਦਾ ਅੰਨ ਭੰਡਾਰ ਭਰ ਸਕਦਾ ਹੈ। ਜਦੋਂ ਕੁਝ ਆਦਮੀ ਉੱਥੇ ਅੰਡੇਮਾਨ ਭੇਜਣੇ ਹੋਣ ਤਾਂ ਉਹਨਾਂ ਨੂੰ ਭਰ ਸਰਦੀਆਂ ਮਗਰ ਪੋਹ ਦੇ ਮਹੀਨੇ ਵਿੱਚ ਹੀ ਭੇਜਣਾ ਚਾਹੀਦਾ ਹੈ। ਇੱਕੋ ਜਿਹੇ ਸੋਸ਼ਲ ਸਟੇਟਸ ਤੇ ਕਾਫੀ ਗਿਣਤੀ ਵਿੱਚ ਭੇਜੇ ਜਾਣ ਤਾਂ ਕਿ ਉਹ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਕਰ ਸਕਣ। ਬੰਗਾਲ ਦਾ ਜੋ ਡੈਲੀਗੇਸ਼ਨ ਸਾਡੇ ਨਾਲ ਗਿਆ ਸੀ, ਉਹਨਾਂ ਵਿਚਾਰ ਕਰਨ ਤੋਂ ਪਤਾ ਲੱਗਾ ਕਿ ਉਹ ਬੰਗਾਲੀਆਂ ਨੂੰ ਇਹਨਾਂ ਟਾਪੂਆਂ ਵਿੱਚ ਭੇਜਣ ਲਈ ਬਹੁਤ ਹੀ ਖਾਸ਼ਮੰਦ ਹਨ। ਉਹਨਾਂ ਦੀ ਵਾਪਸੀ ਤੇ ਕਲਕੱਤੇ ਦੀਆਂ ਕਈ ਅਖਬਾਰਾਂ ਨੇ ਇਸ ਕੰਮ ਦਾ ਪ੍ਰਚਾਰ ਪ੍ਰੋਪੇਗੈਂਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਪਰੰਤੂ ਮੇਰੀ ਰਾਏ ਵਿੱਚ ਇਹ ਜ਼ਮੀਨ ਪੰਜਾਬੀਆਂ ਲਈ ਵੀ ਮਖਸੂਸ ਰਿਜ਼ਰਵ ਹੋਣੀ ਚਾਹੀਦੀ ਹੈ ਤੇ ਜੋ ਖੁਸ਼ੀ ਨਾਲ ਜਾਣਾ ਚਾਹੁਣ ਉਹਨਾਂ ਨੂੰ ਸਹੂਲਤਾਂ ਦੇ ਕੇ ਭੇਜਿਆ ਜਾਣਾ ਚਾਹੀਦਾ ਹੈ। ਮੈਂ ਤੇ ਡੈਲੀਗੇਸ਼ਨ ਨੇ ਵਿਸਤਾਰਪੂਰਵਕ ਰਿਪੋਰਟ ਪੂਰਬੀ ਪੰਜਾਬ ਦੀ ਸਰਕਾਰ ਨੂੰ ਭੇਜ ਦਿੱਤੀ ਹੋਈ ਹੈ। ਉਹ ਇਸ ਸੰਬੰਧੀ ਕੀ ਕਾਰਵਾਈ ਕਰੇਗੀ। ਇਹ ਕੁਝ 17 ਲਾਈਨਸ ਪਬਲਿਕ ਦੀ ਨੌਲੇਜ ਲਈ ਭੇਟਾਂ ਕੀਤੀਆਂ ਜਾਂਦੀਆਂ ਹਨ। 4 ਫਰਵਰੀ 1949 ਮੋਹਨ ਸਿੰਘ। ਉਹਨਾਂ ਦੀ ਸਰਵੇ ਰਿਪੋਰਟ ਉਹਨਾਂ ਦੇ ਯੋਗ ਪ੍ਰਬੰਧਕ ਹੋਣ ਅਤੇ ਪੰਜਾਬੀਆਂ ਦੇ ਉਜਲੇ ਭਵਿੱਖ ਵੱਲ ਇਸ਼ਾਰਾ ਤਾਂ ਕਰਦੀ ਹੀ ਹੈ। ਇਸ ਨਾਲ ਦੇਸ਼ ਵਾਸੀਆਂ ਦੇ ਹੋਰ ਕਈ ਮਸਲੇ ਵੀ ਆਸਾਨੀ ਨਾਲ ਹੱਲ ਹੋ ਸਕਦੇ ਹਨ। ਉਹਨਾਂ ਦੀ ਪਾਰਖੂ ਅੱਖ ਜੋ ਵੇਖਦੀ ਜਾਂ ਸੁਣਦੀ ਸੀ, ਉਸ ਨੂੰ ਕਾਗਜ਼ ਉੱਤੇ ਸਹੀ ਸ਼ਬਦਾਵਲੀ ਦਾ ਚੁਣਾਵ ਕਰਕੇ ਸਹੀ ਸਮੇਂ ਤੇ ਸਹੀ ਗੱਲ ਲਿਖਣ ਦੀ ਸਮਰੱਥਾ ਵਿਖਾਉਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਲਮ ਦੇ ਵੀ ਧਨੀ ਸਨ। ਉਹਨਾਂ ਜਿਸ ਤਰ੍ਹਾਂ ਅੰਡੇਮਾਨ ਨਿਕੋਬਾਰ ਟਾਪੂਆਂ ਦੇ ਸਫ਼ਰ, ਕਾਲੇ ਪਾਣੀ ਦਾ ਸਫ਼ਰ ਦਾ ਬਿਰਤਾਂਤ ਕਲਮਬੱਧ ਕੀਤਾ ਹੈ, ਉਹ ਸਰੋਤੇ ਦੀ ਦਿਲਚਸਪੀ ਇੰਝ ਬਣਾਈ ਰੱਖਦੀ ਹੈ ਜਿਵੇਂ ਕੋਈ ਡਾਕੂਮੈਂਟਰੀ ਪਿਕਚਰ ਫਿਲਮ ਚੱਲ ਰਹੀ ਹੋਵੇ। ਜਥੇਦਾਰ ਨਾਗੋਕੇ ਜੀ ਦੀ ਹੱਥ ਲਿਖਤ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉਸ ਰਾਹੀਂ ਉਹਨਾਂ ਦਾ ਸਾਰਾ ਜੀਵਨ ਇੱਕ ਵਾਰ ਫਿਰ ਮੇਰੀਆਂ ਅੱਖਾਂ ਸਾਹਮਣੇ ਜੀਵੰਤ ਹੋ ਗਿਆ ਹੈ। ਉਹ ਆਪਣੇ ਜੀਵਨ ਵਿੱਚ ਮੇਰੇ ਸਮੇਤ ਸੈਂਕੜੇ ਲੋਕਾਂ ਦੇ ਰੋਲ ਮਾਡਲ ਸਨ ਅਤੇ ਉਹ ਅੱਜ ਵੀ ਉਸ ਜਗ੍ਹਾ ਤੇ ਬਿਰਾਜਮਾਨ ਹਨ। ਕੁਝ ਸ਼ਖਸੀਅਤਾਂ ਦਾ ਕੋਈ ਬਦਲ ਨਹੀਂ ਹੁੰਦਾ। ਸਾਡੇ ਜੀਵਨ ਵਿੱਚ ਕਈ ਵਾਰ ਬੜੇ ਸੁਖਦ ਸੰਜੋਗ ਹੁੰਦੇ ਹਨ ਜਿਨ੍ਹਾਂ ਦਾ ਸੰਬੰਧ ਸਿੱਧਾ ਸਾਡੇ ਨਾਲ ਹੁੰਦਾ ਹੈ। ਨਿਊਜ਼ਪੇਪਰ, ਅਖਬਾਰ ਕਈ ਵਾਰ ਸਾਨੂੰ ਸਾਡੇ ਨਾਲ ਸੰਬੰਧਿਤ ਜ਼ਰੂਰੀ ਸੂਚਨਾ ਜਾਂ ਸੰਦੇਸ਼ ਅਚਾਨਕ ਹੀ ਦੇ ਦਿੰਦੇ ਹਨ। 2 ਮਾਰਚ 1969 ਨੂੰ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 2 ਮਾਰਚ 2020 ਦਾ ਪੰਜਾਬੀ ਅਖਬਾਰ ਪੜ੍ਹਦਿਆਂ ਮੇਰੀ ਨਜ਼ਰ ਇੱਕ ਹੈਡਲਾਈਨ ਤੇ ਟਿਕ ਗਈ। ਕਰਤਾਰਪੁਰ ਸਾਹਿਬ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਸੁਤੰਤਰਤਾ ਸੰਗਰਾਮੀਆਂ ਦੀ ਸ਼ਹੀਦ ਗੈਲਰੀ ਬਣਾਉਣ ਦੀ ਸਿਫਾਰਿਸ਼। ਇਸ ਲਈ ਗਠਿਤ ਕਮੇਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਇਸ ਦੀ ਰਿਪੋਰਟ ਰੱਖੀ ਕਿ ਕਰਤਾਰਪੁਰ ਸਾਹਿਬ ਦੇ ਜੰਗੀ ਆਜ਼ਾਦੀ ਮੈਮੋਰੀਅਲ ਵਿੱਚ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਜੇਲ੍ਹ ਰਾਜਸੀ ਕੈਦੀਆਂ ਦੇ ਨਾਮ, ਫੋਟੋ ਤੇ ਜੀਵਨ, ਸ਼ਹੀਦ ਡਾਕਟਰ ਦੀਵਾਨ ਸਿੰਘ ਜੀ ਅਤੇ ਦੇਸ਼ ਭਰ ਵਿੱਚੋਂ ਸੁਤੰਤਰਤਾ ਸੰਗਰਾਮੀਆਂ ਦੇ ਨਾਮ ਤੇ ਇੱਕ ਸ਼ਹੀਦ ਗੈਲਰੀ ਬਣਾਈ ਜਾਵੇ ਜਿਸ ਦਾ ਨਾਮ ਅੰਡੇਮਾਨ ਨਿਕੋਬਾਰ ਦੀਪ ਸਮੂਹ ਕਾਲੇ ਪਾਣੀ ਦੇ ਟਾਪੂ ਦੇ ਸੁਤੰਤਰਤਾ ਸੰਗਰਾਮੀ ਸ਼ਹੀਦ ਗੈਲਰੀ ਰੱਖਿਆ ਜਾਵੇ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੇਕਰ ਕਾਲੇ ਪਾਣੀ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾਂਦਾ ਹੈ ਤਾਂ ਮੈਨੂੰ ਵੀ ਹਾਰਦਿਕ ਖੁਸ਼ੀ ਹੋਵੇਗੀ। ਇਸ ਈ-ਬੁੱਕ ਵਿੱਚ ਅੰਡੇਮਾਨ ਨਿਕੋਬਾਰ ਟਾਪੂਆਂ ਕਾਲੇ ਪਾਣੀ ਸੰਬੰਧੀ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੁਆਰਾ ਲਿਖੇ ਗਏ ਅਤੇ ਲਗਭਗ 72 ਸਾਲ ਪਹਿਲਾਂ ਕੀਤੇ ਗਏ ਅਫੀਸ਼ੀਅਲ ਸਰਵੇਖਣ, ਹਰ ਪੱਖ ਤੋਂ ਇਕੱਤਰ ਕੀਤੇ ਗਏ ਸਹੀ ਅੰਕੜੇ, ਡਾਟੇ ਤੇ ਜਾਣਕਾਰੀਆਂ ਨੂੰ ਵੀ ਪੰਜਾਬ ਸਰਕਾਰ ਜੇਕਰ ਸਨਮੁਖ ਰੱਖ ਕੇ ਪੇਸ਼ਕਾਰੀ ਦੇਵੇ
ਤਾਂ ਇਹ ਇਤਿਹਾਸਕਾਰਾਂ, ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸੋਨੇ ਤੇ ਸੁਹਾਗੇ ਦਾ ਕੰਮ ਸਾਬਤ ਹੋਵੇਗੀ। ਅੱਜ ਜੇਕਰ ਮੇਰੀ ਈ ਬੁੱਕ ਥਰੂ ਮਾਈ ਆਈਜ਼ ਮਾਈ ਗ੍ਰੈਂਡਫਾਦਰ ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੇ ਸਾਰੇ ਚੈਪਟਰ 1 ਔਨਵਰਡ ਦੁਬਾਰਾ ਪੜ੍ਹੀ ਜਾਂ ਸੁਣੀ ਜਾਵੇ ਤਾਂ ਜੋ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਉਹ ਅੰਡੇਮਾਨ ਨਿਕੋਬਾਰ ਦੀਪ ਸਮੂਹ ਕਾਲੇ ਪਾਣੀ ਬਾਰੇ ਲਗਭਗ 72 ਸਾਲ ਪਹਿਲਾਂ ਜੋ ਖੋਜ ਜਥੇਦਾਰ ਸਾਹਿਬ ਨੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਡੈਲੀਗੇਸ਼ਨ ਦੇ ਚੇਅਰਮੈਨ ਵਜੋਂ ਕੀਤੀ, ਉਸ ਨੂੰ ਹਰ ਪੰਜਾਬੀ ਤੇ ਦੇਸ਼ ਵਾਸੀ ਨੂੰ ਪੜ੍ਹਨਾ ਸੁਣਨਾ ਚਾਹੀਦਾ ਹੈ, ਕਿਉਂਕਿ ਨਵੰਬਰ 1948 ਈਸਵੀ ਦੀ ਦੀਪਮਾਲਾ ਦਿਵਾਲੀ ਦੇ ਸ਼ੁਭ ਦਿਹਾੜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਦੇਸ਼ ਦੀ ਆਜ਼ਾਦੀ ਦੀ ਖੁਸ਼ੀ ਵਿੱਚ ਗੁਰੂ ਪੰਥ ਦੇ ਉਜਲ ਭਵਿੱਖ ਨੂੰ ਸਨਮੁਖ ਰੱਖ ਕੇ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵੱਲੋਂ ਸਿੱਖ ਕੌਮ ਤੇ ਲੋਕਾਈ ਨੂੰ ਹੁਕਮਨਾਮਾ ਜਾਰੀ ਕਰਕੇ ਸੰਦੇਸ਼ ਦਿੱਤਾ ਗਿਆ। ਸਾਡਾ ਭਾਰਤ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋ ਚੁੱਕਾ ਹੈ। ਆਜ਼ਾਦ ਭਾਰਤ ਵਿੱਚ ਅਸਾਂ ਸਿੱਖ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖ ਕੇ ਦੇਸ਼ ਨੂੰ ਤਰੱਕੀ ਦੀ ਸਿਖਰ ਤੱਕ ਪਹੁੰਚਾਉਣਾ ਹੈ। ਇਸ ਲਈ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਤੇ ਮਾਸੂਮ ਹਿੰਦੀ ਭੈਣਾਂ ਦੀ ਆਜ਼ਾਦੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਨੀ। ਪਾਕਿਸਤਾਨ ਵਿੱਚੋਂ ਘਰ ਘਾਟ ਲੁਟਾ ਆਏ ਸਿੱਖ ਹਿੰਦੂ ਭੈਣ ਭਰਾਵਾਂ ਦੇ ਮੁੜ ਵਸਾਉਣ ਲਈ ਉੱਦਮ ਉਪਰਾਲੇ ਤੇ ਸਹਾਇਤਾ ਕਰਨੀ। ਜਦੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਖੋਲ੍ਹਿਆ ਗਿਆ ਤਾਂ ਇਸ ਨਾਲ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਗਈ ਪਹਿਲੀ ਅਰਦਾਸ ਸੱਚੇ ਪਾਤਸ਼ਾਹ ਵੱਲੋਂ ਪ੍ਰਵਾਨ ਕੀਤੀ ਗਈ। ਫਿਰ ਦੇਸ਼ ਦੀ ਵੰਡ ਵਾਰੇ ਸਮੇਂ ਪੱਛਮੀ ਪੰਜਾਬ ਤੋਂ ਪੂਰਬੀ ਪੰਜਾਬ ਵਿੱਚ ਆਬਾਦੀ ਦੇ ਤਬਾਦਲੇ ਨਾਲ ਜੁੜੀਆਂ ਪੇਚੀਦਗੀਆਂ ਘਰ ਘਾਟ ਜ਼ਮੀਨਾਂ ਆਦਿ ਲੁਟਾ ਕੇ ਅਤੇ ਉੱਥੋਂ ਉੱਜੜ ਕੇ ਆਏ ਸਿੱਖਾਂ ਅਤੇ ਹਿੰਦੂ ਭੈਣ ਭਰਾਵਾਂ ਨੂੰ ਇੱਥੇ ਮੁੜ ਵਸਾਉਣ ਲਈ ਪੰਜਾਬ ਸਰਕਾਰ ਅਤੇ ਹਿੰਦ ਸਰਕਾਰ ਦੇ ਸਾਰੇ ਸੰਭਵ ਵਸੀਲਿਆਂ ਤੱਕ ਪਹੁੰਚ ਕੀਤੀ। ਸਿੱਖਾਂ ਤੇ ਹਿੰਦੂਆਂ ਦੀ ਰਿਹਾਇਸ਼ ਤੇ ਲੰਗਰ ਆਦਿ ਦਾ ਪ੍ਰਬੰਧ ਕਰਨ ਦੇ ਨਾਲ ਹੀ ਸਭ ਨੂੰ ਉਹਨਾਂ ਦਾ ਬਣਦਾ ਤੇ ਵਾਜਬ ਹਿੱਸਾ ਦਿਵਾਉਣ ਵਿੱਚ ਆਪਣਾ ਬੇਮਿਸਾਲ ਯੋਗਦਾਨ ਦਿੱਤਾ। ਉਹਨਾਂ ਦੇ ਨਵੇਂ ਵਸੀਲੇ ਤਲਾਸ਼ੇ ਗਏ। ਇਸ ਤਰ੍ਹਾਂ ਜਥੇਦਾਰ ਜੀ ਤੇ ਸਮੂਹ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਦੇਸ਼ ਦੀ 2 ਹਿੱਸਿਆਂ ਵਿੱਚ ਵੰਡ ਨਾਲ ਉਜੜੇ ਸਿੱਖ ਅਤੇ ਹਿੰਦੂ ਭੈਣ ਭਰਾਵਾਂ ਦੇ ਮੁੜ ਵਸੇਬੇ ਲਈ ਕੀਤੀ ਗਈ ਪਹਿਲੀ ਅਰਦਾਸ ਵੀ ਪ੍ਰਵਾਨ ਹੋਈ। ਇਸ ਦੇ ਨਾਲ ਹੀ ਉਹਨਾਂ ਸੰਗਤ ਨੂੰ ਸ਼ਰਾਬ ਪੀਣ ਦਾ ਤਿਆਗ ਕਰਨ, ਨਸ਼ਾ ਮੁਕਤ ਰਹਿਣ ਦੀ ਅਰਦਾਸ ਵੀ ਕੀਤੀ। ਦੇਸ਼ ਦੀ ਰੱਖਿਆ ਕਰਨ ਲਈ ਸਦਾ ਤਿਆਰ ਰਹਿਣ ਲਈ ਫੌਜੀ ਸਿੱਖਿਆ ਲੈਣ ਦੀ ਅਰਦਾਸ ਵੀ ਕੀਤੀ ਗਈ ਸੀ। ਉਹਨਾਂ ਵੱਲੋਂ ਨਵੰਬਰ 1948 ਦੀ ਦੀਪਮਾਲਾ ਤੇ ਕੀਤੀ ਗਈ ਅਰਦਾਸ ਅੱਜ ਵੀ ਓਨੀ ਹੀ ਸਾਰਥਕ ਹੈ ਜਿੰਨੀ ਦੇਸ਼ ਦੀ 2 ਹਿੱਸਿਆਂ ਵਿੱਚ ਵੰਡੇ ਜਾਣ ਦੇ ਸਮੇਂ ਸੀ। ਉਹ ਅਖੰਡ ਭਾਰਤ ਦੀ ਆਜ਼ਾਦੀ ਲੋਚਦੇ ਸਨ। ਉਹ ਭਾਰਤ ਦੀ 2 ਹਿੱਸਿਆਂ ਦੀ ਵੰਡ ਦੇ ਬਹੁਤ ਖਿਲਾਫ ਸਨ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ 26 ਅਕਤੂਬਰ 1945 ਈਸਵੀ ਨੂੰ SGPC ਦੇ ਸਾਲਾਨਾ ਇਜਲਾਸ ਵਿੱਚ ਦੇਸ਼ ਦੇ ਵੰਡ ਬਾਰੇ ਵਿਰੁੱਧ ਗੁਰਮਤਾ ਕੀਤਾ ਗਿਆ ਕਿ ਮੁਸਲਿਮ ਲੀਗ ਵੱਲੋਂ ਪਾਕਿਸਤਾਨ ਦੀ ਮੰਗ ਪੰਥਕ ਹਸਤੀ ਅਤੇ ਦੇਸ਼ ਲਈ ਬਹੁਤ ਖਤਰਨਾਕ ਹੈ। ਇਸ ਨੂੰ ਰੋਕਣ ਲਈ ਸਮੂਹ ਸਿੱਖ ਪੰਥ ਹਰ ਪ੍ਰਾਣੀ ਮਾਤਰ ਨੂੰ ਦੇਸ਼ ਅਤੇ ਪੰਥ ਨੂੰ ਇਸ ਮੁਸੀਬਤ ਤੋਂ ਬਚਾਉਣ ਵਾਸਤੇ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਮਤਾ ਬਹੁਤ ਸੰਮਤੀ ਨਾਲ ਪਾਸ ਹੋ ਗਿਆ। ਇਹ ਇਤਿਹਾਸ ਦਾ ਇੱਕ ਅਹਿਮ ਦਸਤਾਵੇਜ਼ ਹੈ। ਇਹੋ ਕਾਰਨ ਹੈ ਕਿ ਸਿੱਖ ਬੁੱਧੀਜੀਵੀ ਤੇ ਇਤਿਹਾਸਕਾਰ SGPC ਦੇ ਪ੍ਰੈਜ਼ੀਡੈਂਟਸ ਦਾ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ਤੇ ਜਦੋਂ ਲੇਖਾ ਜੋਖਾ ਕਰਦੇ ਹਨ ਤਾਂ ਉਹ ਵੀ ਭਾਰਤ ਦੀ 1947 ਦੇ ਵੰਡ ਵਾਰੇ ਸਮੇਂ ਔਖੀ ਘੜੀ ਵਿੱਚ ਕੀਤੀ ਗਈ ਸਿੱਖ ਪੰਥ ਦੀ ਅਗਵਾਈ ਅਤੇ ਦਿੱਤੇ ਗਏ ਹਰ ਸੰਭਵ ਯੋਗਦਾਨ ਦੇ ਵੇਰਵੇ ਸਾਂਝੇ ਕਰਦਿਆਂ ਹੋਇਆਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਨੂੰ ਸਭ ਤੋਂ ਵਧੀਆ, ਉੱਤਮ ਤੇ ਨਿਪੁੰਨ ਪ੍ਰਧਾਨ ਲਿਖ ਕੇ ਕਹਿ ਕੇ ਅਕਸਰ ਅੱਜ ਵੀ ਯਾਦ ਕਰਦੇ ਹਨ। ਕੰਮ ਸਦਾ ਬੋਲਦੇ ਹਨ ਕਿਉਂਕਿ ਕੰਮ ਸਦੀਵੀ ਹਨ। ਉਹ ਤਾਂ ਰਾਈਟਿੰਗ ਔਨ ਦੀ ਵਾਲ ਹਨ। ਵੈਸੇ ਤਾਂ ਜਥੇਦਾਰ ਜੀ 50 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਾਂ ਆਪਣੇ ਮਾਣਮਤੇ ਅਤੇ ਸ਼ਾਨਾਮਤੇ ਪ੍ਰਾਪਤੀਆਂ ਨਾਲ ਭਰਪੂਰ ਜੀਵਨ ਦਾ ਸਫ਼ਰ ਪਰਮਾਤਮਾ ਦੁਆਰਾ ਦਿੱਤੀ ਆਯੂ ਭੋਗ ਕੇ ਸੰਪੂਰਨ ਕਰਕੇ ਜਾ ਚੁੱਕੇ ਹਨ। ਦੋਹਰਾ ਉੱਤਮ ਜਨ ਸੰਸਾਰ ਵਿੱਚ ਕਰਕੇ ਪਰਉਪਕਾਰ। ਉੱਤਮ ਜਨ ਸੰਸਾਰ ਵਿੱਚ ਕਰਕੇ ਪਰਉਪਕਾਰ ਤੁਰ ਜਾਂਦੇ ਪਰਲੋਕ ਨੂੰ ਯਸ ਲੈ ਕੇ ਸੰਸਾਰ। ਇਹ ਵੀ ਇੱਕ ਸੰਜੋਗ ਹੈ ਕਿ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਵੀ 100 ਸਾਲ ਪੂਰੇ ਹੋਏ ਹਨ। ਜਦੋਂ
1919 ਈਸਵੀ ਨੂੰ ਵਿਸਾਖੀ ਦੇ ਦਿਹਾੜੇ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਸ਼ਾਂਤਮਈ ਨਿਹੱਥੇ ਭਾਰਤੀਆਂ ਦੇ ਇਕੱਠ ਉੱਤੇ ਅੰਗਰੇਜ਼ ਹਕੂਮਤ ਦੇ ਜਨਰਲ ਡਾਇਰ ਨੇ ਗੋਲੀਆਂ ਦੀ ਵਾਛੜ ਕਰਕੇ ਸੈਂਕੜੇ ਲੋਕ ਸ਼ਹੀਦ ਅਤੇ ਹਜ਼ਾਰਾਂ ਫੱਟੜ ਕਰ ਦਿੱਤੇ ਤਾਂ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੀ ਰੂਹ ਤੱਕ ਕੰਬ ਗਈ। ਆਪ ਜੀ ਨੇ ਅਗਲੇ ਦਿਨ ਇਸ ਸਾਕੇ ਵਿਰੁੱਧ ਆਪਣਾ ਰੋਸ ਆਪਣੇ ਸਰਕਾਰੀ ਆਫਿਸ ਅੰਮ੍ਰਿਤਸਰ ਵਿਖੇ ਸਿਰ ਤੇ ਕਾਲੀ ਦਸਤਾਰ ਸਜਾ ਕੇ ਨਿਤੜਕ ਹੋ ਕੇ ਪਹੁੰਚ ਕੇ ਦਰਜ ਕੀਤਾ। ਉਪਰੰਤ 20 ਫਰਵਰੀ 1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਖੂਨੀ ਸਾਕੇ ਨੇ ਸਿੱਖ ਪੰਥ ਤੇ ਸਾਰੇ ਭਾਰਤ ਵਿੱਚ ਹਾਹਾਕਾਰ ਮਚਾ ਦਿੱਤੀ। ਜਥੇਦਾਰ ਨਾਗੋਕੇ ਜੀ ਵੀ ਧੁਰ ਅੰਦਰ ਤੱਕ ਹਲੂਣੇ ਗਏ। ਉਹਨਾਂ ਨੇ ਅੰਮ੍ਰਿਤ ਪਾਨ ਕਰਕੇ ਕਾਲੀ ਦਸਤਾਰ ਸਜਾ ਲਈ। ਉਹਨਾਂ ਆਪਣੀ ਪੱਕੀ ਰੋਜ਼ੀ ਰੋਟੀ ਦੀ ਸਰਕਾਰੀ ਨੌਕਰੀ ਦਾ ਮੋਹ ਤਿਆਗ ਕੇ ਅਸਤੀਫਾ ਰਿਜ਼ਾਈਨ ਦੇ ਦਿੱਤਾ। ਇਸ ਤਰ੍ਹਾਂ ਆਪਣੀ ਕੌਮ ਪ੍ਰਸਤੀ ਅਤੇ ਦੇਸ਼ ਭਗਤੀ ਦੀ ਪ੍ਰਤੱਖ ਮਿਸਾਲ ਪੇਸ਼ ਕੀਤੀ। ਇਸ ਘਟਨਾ ਦੇ ਵੀ ਜਲਦ 100 ਸਾਲ ਪੂਰੇ ਹੋ ਰਹੇ ਹਨ। ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੇ 1 ਸਦੀ ਸੈਂਚਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਸਤਿਕਾਰਤ ਪਦਵੀਆਂ ਤੇ ਇੱਕੋ ਹੀ ਸਮੇਂ ਇੱਕ ਸ਼ਖਸੀਅਤ ਵੱਲੋਂ ਸਰਬਸੰਮਤੀ ਨਾਲ ਬਿਰਾਜਮਾਨ ਰਹਿ ਕੇ ਸੇਵਾ ਕਰਨ ਦੇ ਵੀ 100 ਸਾਲ ਪੂਰੇ ਹੋ ਗਏ ਹਨ। ਦੇਸ਼, ਕੌਮ, ਸਿੱਖ ਪੰਥ ਲਈ ਦਿੱਤੇ ਯੋਗਦਾਨ ਅਤੇ ਕੁਰਬਾਨੀਆਂ ਨਾਲ ਉਹ ਅੱਜ ਵੀ ਇੱਜ਼ਤ, ਸ਼ੋਹਰਤ ਤੇ ਪ੍ਰਸਿੱਧੀ ਦੀ ਉਸੇ ਹੀ ਸਿਖਰ ਤੇ ਮਾਣ ਸਨਮਾਨ ਨਾਲ ਖੜੇ ਨਜ਼ਰ ਆਉਂਦੇ ਹਨ। ਅਸੀਂ ਚੈਪਟਰ 11 ਵਿੱਚ ਉਹਨਾਂ ਵੱਲੋਂ ਕੀਤੇ ਗਏ ਇਤਿਹਾਸਿਕ ਕੰਮਾਂ ਦੇ ਵੇਰਵੇ ਜਾਰੀ ਰੱਖਾਂਗੇ। ਇਸ ਆਸ ਅਤੇ ਅਰਦਾਸ ਨਾਲ ਸੂਰਤ ਮਹੱਲਾ 5 ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਦ ਆਪੇ ਰਾਖੇ ਜਮ ਕਿਓ ਹਟਦਾ। ਸਤਿ ਸ੍ਰੀ ਅਕਾਲ।